घंटे के अंदर 2350 किलोमीटर की स्पीड से प्रवास करने की सलाहियत भी रखता है। ये जहाज F-16 को चलाना कोई आम सी बात नहीं है और यही वजह है कि अब तक F-16 का सही इस्तेमाल पूरी दुनिया में से सिर्फ और सिर्फ पाकिस्तान ही कर सका है, क्योंकि ये जंगी तैयारा 12,300 किलोग्राम का पेलोड उठाकर प्रवास करने की शानदार सलाहियत रखता है। और मोहब्बत की हुंदी चले जी नू जी हुंदी। वेलकम बैक टू द चैनल। सो ਜਿਹੜੀਆਂ ਆਪਾਂ ਰੀਸੈਂਟਲੀ ਵੀਡੀਓਜ਼ ਦੇਖ ਰਹੇ ਹਾਂ, ਪਾਕਿਸਤਾਨੀ ਜੋ ਡਿਫੈਂਸ ਸਿਸਟਮ ਹੈ ਕਿਸ ਹੱਦ ਤੱਕ ਜੋ ਆਪਣੀ 에ਅਰ ਡਿਫੈਂਸ ਨੂੰ ਸਟਰੋਂਗ ਕਰ ਰਹੇ ਹੈ ਤੇ ਐਟ ਦਾ ਅਦਰ ਹੈਂਡ ਜੋ ਪਾਕਿਸਤਾਨੀ ਲੋਕ ਆ ਉਹ ਕਾਫੀ ਸਾਰੀਆਂ ਤਨਕੀਦਾਂ ਵੀ ਕਰ ਰਹੇ ਹੈ ਕਿ ਇੰਡੀਅਨ ਜਿਹੜੀ ਆਰਮੀ ਹੈ, ਆਰਮੀ ਡਿਫੈਂਸ ਆ ਉਹ ਬਹੁਤ ਵੀਕ ਹੈ। ਐਂਡ ਜੋ ਆਰਮੀ ਚੀਫ ਹੈ ਇੱਧਰਲੇ ਉਹਨਾਂ ਨੇ ਖੁਦ ਜਨਰਲ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਜੋ ਬਜਟ ਹੈ ਉਹਦਾ ਵਧਾਉਣਾ ਪੈਣਾ। ਦੇਖੋ ਜੀ, ਜਿਹੜੀ ਇੰਡੀਆ ਦੀ ਅਮਰੀਕਾ ਦੇ ਨਾਲ ਡੀਲ ਮੇ ਵੀ ਸ਼ਾਇਦ ਇਸ ਸਾਲ ਦੇ ਵਿੱਚ ਹੋਵੇ ਕੋਈ ਫਾਈਟਰ ਜੈਟਸ ਨੂੰ ਲੈ ਕੇ, ਇਹ ਕਿਹਾ ਜਾ ਰਿਹਾ। ਸੋ ਕਿਉਂਕਿ ਟਰੰਪ ਜਦੋਂ ਮੋਦੀ ਸਾਹਿਬ ਨੂੰ ਮਿਲਣਗੇ, ਉਹ ਦੋਨੋਂ ਜਾਣੇ ਮੀਟਿੰਗਾਂ ਕਰਨਗੇ ਤਾਂ ਉਹਦੇ ਵਿੱਚ ਉਹਨਾਂ ਨੇ F-35 ਜਿਹੜਾ ਵੇਚਣ ਦੀ ਕੋਸ਼ਿਸ਼ ਕਰਨੀ ਹੈ। ਤੇ ਜੇ F-35 ਵੇਚਿਆ ਜਾਂਦਾ ਹੈ ਤਾਂ ਉਹ ਘੱਟੋ ਘੱਟ 15-16 ਅਰਬ ਤੋਂ ਘੱਟ ਦੀ ਡੀਲ ਨਹੀਂ ਹੋਏਗੀ, ਇਹ ਡੀਲ ਬਹੁਤ ਵੱਡੇ ਲੈਵਲ ਤੇ ਹੋਏਗੀ। ਸੋ ਜੇਕਰ ਉਹ ਹੁੰਦੀ ਹੈ ਤਾਂ ਦੇਖੋ ਸੋਨੇ ਦੇ ਸਾਗ ਹੈ। ਤੇ ਜੇਕਰ ਤੇਜਸ ਵਾਲੀ ਗੱਲ ਕਰੀਏ, ਤੇਜਸ ਦੇ ਵਿੱਚ ਜਿਹੜੇ 2 ਇੰਜਨ ਦੀ ਗੱਲ ਹੋ ਰਹੀ ਹੈ, ਜਦੋਂ ਉਹ ਇੰਜਨ ਆਉਣਗੇ ਉਦੋਂ ਦੀ ਗੱਲ ਹੈ ਕਿ ਉਦੋਂ ਤੇਜਸ ਜਿਹੜਾ ਬਹੁਤ ਜ਼ਬਰਦਸਤ ਜਿਹੜਾ ਬਣ ਜਾਏਗਾ। ਸੋ ਫਿਲਹਾਲ ਜਿਹੜਾ ਰੈਫਲ ਕਰਕੇ ਹੈ ਇੱਕ, ਉਹਦੇ ਕੋਲ ਟਵਿਨ ਜੈਟਸ ਹੈ, ਮਤਲਬ ਟਵਿਨ ਇੰਜਨ ਹੈ ਸੌਰੀ, ਤੇ ਉਹ ਵੀ ਬਹੁਤ ਵਧੀਆ ਜ਼ਬਰਦਸਤ ਜਿਹੜਾ ਹੁਣ ਤੱਕ ਦਾ ਇੰਡੀਆ ਦਾ ਇੱਕ ਸ਼ਾਨਦਾਰ ਜੋ 에ਅਰਕ੍ਰਾਫਟ ਹੈ, ਸੋ ਉਹ ਮੰਨਿਆ ਜਾਂਦਾ। ਸੋ ਜਿੱਥੇ ਤੱਕ ਮੈਨੂੰ ਪਤਾ ਲੱਗਾ, ਥੋੜ੍ਹਾ ਮੈਂ ਰਿਸਰਚ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇੰਡੀਆ ਜਿਹੜਾ ਕਿਉਂ ਨਹੀਂ ਜਿਹੜਾ 5th ਜਨਰੇਸ਼ਨ ਹਜੇ ਤੱਕ ਬਣਾ ਪਾਇਆ, ਕਿਉਂਕਿ ਇੰਡੀਆ ਦੀਆਂ ਜਿਹੜੀਆਂ ਕੁਝ ਪੋਲਿਸੀਜ਼ ਹੈ ਉਹ ਬਾਕੀ ਦੁਨੀਆ ਤੋਂ ਵੱਖਰੀਆਂ ਰਹਿੰਦੀਆਂ ਹਮੇਸ਼ਾ। ਕਿਉਂਕਿ ਜੇਕਰ ਉਹ ਅਮਰੀਕਾ ਤੋਂ ਵੀ ਕੋਈ ਚੀਜ਼ ਖਰੀਦਣ ਲੱਗਾ ਹੈ, ਜਾਂ ਮੰਨ ਲਓ ਫਾਈਟਰ ਜੈਟ ਸੀ F-35 ਵੀ ਖਰੀਦਦਾ, ਤਾਂ ਉਹਦੀ ਅੱਗੇ ਵੀ ਮੇ ਵੀ ਸ਼ਰਤ ਇਹੀ ਹੋ ਸਕਦੀ ਹੈ ਕਿ ਜੋ ਨਾਲ ਸਾਨੂੰ ਟੈਕਨੋਲੋਜੀ ਵੀ ਪ੍ਰੋਵਾਈਡ ਕੀਤੀ ਜਾਵੇ। ਟੈਕਨੋਲੋਜੀ ਪ੍ਰੋਵਾਈਡ ਕਰਨ ਦਾ ਮਤਲਬ ਕਿ ਤੁਸੀਂ ਸਾਡੀ ਕੰਟਰੀ ਦੇ ਵਿੱਚ ਆ ਕੇ ਸਾਡੇ ਨਾਲ ਮਿਲ ਕੇ ਜਿਹੜਾ ਫਾਈਟਰ ਜੈਟ ਬਣਾਓ, ਠੀਕ ਹੈ। ਜਿੱਦਾਂ ਕਿ ਪਾਕਿਸਤਾਨ ਦੀ ਵਿੱਚ ਜਿਹੜਾ ਕਾਨ ਜੋ ਫਾਈਟਰ ਜੈਟ ਤਿਆਰ ਹੋਏਗਾ ਇਸਲਾਮਾਬਾਦ ਦੇ ਵਿੱਚ, ਸ਼ਾਇਦ ਉਹਦੇ ਜਿਹੜੇ ਜੋ ਵੀ ਸਿਸਟਮ ਹੈ ਚੱਲੇਗਾ ਅੱਗੇ। ਸੋ ਉਸੇ ਤਰ੍ਹਾਂ ਇੰਡੀਆ ਵੀ ਇਹੀ ਚਾਹੂਗਾ ਜਿੱਥੇ ਤੱਕ ਮੈਨੂੰ ਲੱਗਦਾ। ਬਾਕੀ ਇੱਕ ਗੱਲ ਹੋਰ ਹੈ ਕਿ ਇੰਡੀਆ ਕੋਈ ਇੱਦਾਂ ਨਹੀਂ ਕਿ 에ਅਰ ਡਿਫੈਂਸ ਵਿੱਚ ਜੇ ਵੀਕ ਚੱਲ ਰਿਹਾ ਤਾਂ ਵੈਸੇ ਉਹ ਕੋਈ ਪਾਵਰਫੁਲ ਨਹੀਂਗਾ। ਜੋ ਇੰਡੀਆ ਹੈ ਨਾ, ਉਹ ਬਹੁਤ ਵੱਡੇ ਲੈਵਲ ਦੇ ਸੌਫਟਵੇਅਰ ਐਕਸਪੋਰਟ ਕਰਦਾ, ਘੱਟੋ ਘੱਟ $300 ਅਰਬ, ਠੀਕ ਹੈ। ਸੋ ਇਹ ਕੋਈ ਛੋਟਾ ਨੰਬਰ ਨਹੀਂ ਹੁੰਦਾ। ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਕਿ ਇੰਡੀਆ ਬਹੁਤ ਵੱਡੀ ਕੰਟਰੀ ਹੈ, ਪਰ ਹਾਂ ਇਸ ਫੀਲਡ ਦੇ ਵਿੱਚ ਪਿੱਛੇ ਜ਼ਰੂਰ ਜਾ ਰਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਪਾਸਿਓਂ ਵੀਕ ਹੈ। ਤੇ $300 ਅਰਬ ਕੋਈ ਘੱਟ ਰਕਮ ਨਹੀਂ ਹੁੰਦੀ, ਉਹਦੇ ਵਿੱਚ ਅਮਰੀਕਾ ਨੂੰ ਜ਼ਿਆਦਾ ਜਿਹੜੀ ਐਕਸਪੋਰਟ ਕੀਤੀ ਜਾਂਦੀ ਹੈ। ਸੋ ਜਿਹੜੀ ਅੱਜ ਦੀ ਵੀਡੀਓ ਆ ਉਹ ਆ 5 ਫਾਈਟਰ ਜੈਟਸ ਆਫ ਪਾਕਿਸਤਾਨ, ਠੀਕ ਹੈ। ਸੋ ਉਹ ਮੈਂ ਦੇਖਦਾ ਪਾਕਿਸਤਾਨ ਦੇ ਫਾਈਟਰ ਜੈਟਸ ਤੋਂ ਆਪਾਂ ਕਾਫੀ ਪ੍ਰਭਾਵਿਤ ਹੋਏ ਹਾਂ ਆਲਰੇਡੀ। ਸੋ ਦੇਖਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ, ਐਕਸਪਲੋਰ ਕਰਦੇ ਹਾਂ ਕਿ ਕਿਹੜੇ ਉਹ 5 ਪਾਕਿਸਤਾਨੀ 에ਅਰ ਫੋਰਸ ਦੇ ਬਸ਼ਿੰਦੇ ਹੈ ਕਿ ਜਿਨ੍ਹਾਂ ਨੇ ਮਤਲਬ ਸਾਰੀ ਦੁਨੀਆ ਨੂੰ ਚੱਕਰ ਦੇ ਵਿੱਚ ਪਾਇਆ ਹੋਇਆ, ठीक है। सो आओ देखिए। एयर फोर्स 14 अगस्त 1947 में वजूद में आई। पाकिस्तान एयर फोर्स में 70,000 के करीब एक्टिव सोल्जर्स मौजूद हैं और इसके साथ इस एयर फोर्स के पास 1011 से ज्यादा जंगी तैयारे भी मौजूद हैं, जिनकी मदद से ये दुनिया के किसी भी मुल्क को नाकों चने चबवा सकता है। जैसे हाल ही में इसी एयर फोर्स ने इंडियन एयर फोर्स के सबसे शानदार और सबसे पावरफुल समझे जाने वाले जहाज MiG-21 को मार गिराया था। तो दोस्तों आज की इस वीडियो में आपको पाकिस्तान के 5 ऐसे टॉप के पावरफुल जंगी तैयारों के बारे में बताएंगे जिनके नाम से ही पूरी दुनिया डर के मारे कांपती है। मगर इन जंगी जहाजों के बारे में जानने से पहले हमारे चैनल टॉपिक्स टीवी को सब्सक्राइब कर सामने तैयार किया गया था और इस जंगी जहाज को इस वक्त दुनिया के सिर्फ 4 मुल्क ही इस्तेमाल कर रहे हैं, जिनमें एक मुल्क पाकिस्तान भी शामिल है। इस जंगी तैयारे के अंदर 4 गन्स भी लगी हुई हैं और हर एक गन के अंदर 125 राउंड्स मौजूद हैं। इसके अलावा इस जंगी तैयारे के अंदर छोटे और बड़े कुल मिलाकर 122 रॉकेट्स भी मौजूद होते हैं। इस जहाज के अंदर 2 मिसाइल IMA-9 साइड विंडर और मैट्रा R-55 मैजिक मिसाइल्स भी मौजूद होते हैं। इसके साथ साथ इस जंगी तैयारे के अंदर 4000 किलोग्राम का बम्बों से भरा हुआ पेलोड भी मौजूद होता है। ये जंगी जहाज 1 घंटे के अंदर 2350 किलोमीटर की स्पीड से प्रवास करने की सलाहियत भी रखता है। ये जहाज पाकिस्तान के पावरफुल तरीन जहाजों में से एक जहाज माना जाता है।
नंबर 4 चेंगडू J7। दोस्तों पाकिस्तान के पास Chinese इन है। जंगी जहाजों की तादाद 139 के करीब है और ये जंगी त्यारे पाकिस्तान ने अपने दोस्त हमसाये मुल्क चाइना से खरीदे हैं। ये चाइना की तरफ से पाकिस्तान को दिया हुआ एक अनमोल तोहफा है। इस जंगी जहाज के अंदर हवा में ही मार करने वाले मिसाइल्स भी मौजूद होते हैं जिनकी तादाद 7 होती है और ये दुश्मन के जहाजों को पलक झपकने से पहले ही तबाह करने की सलाहियत भी रखते हैं। इस जंगी त्यारे के अंदर भी 55 के करीब रॉकेट्स मौजूद होते हैं और ये जंगी जहाज 58,000 फीट की बुलंदी पर प्रवास करने के साथ साथ 1 घंटे के अंदर 2200 किलोमीटर की स्पीड के साथ अपना फासला तय करने की सलाहियत भी रखता है। ये जंगी जहाज भी पाकिस्तान एयरफोर्स की शान माना जाता है। नंबर 3 डेजर्ट मिराज 3। दोस्तों ये जंगी जहाज खास तौर पे सिर्फ और सिर्फ दुश्मन के जंगी जहाजों को तबाह करने के लिए बनाया गया है। पाकिस्तान के पास इस तरह के जंगी जहाजों की तादाद 100 से भी ज्यादा है जो कि पाकिस्तान ने फ्रांस से खरीदे हैं। पाकिस्तान ने इस तरह के एक जंगी जहाज को खरीदने के लिए फ्रांस को 50 करोड़ रुपए अदा किए थे। दोस्तों इस जंगी जहाज के अंदर 2 तरह के रेडार सिस्टम मौजूद होते हैं और ये जंगी जहाज 50 करोड़ केड़ा इंडियन या पाकिस्तानी? जे पाकिस्तानी है तो मिराज मतलब बहुत सस्ता है यार उस हिसाब नाल तां क्योंकि उधरला 50 होया घट्टो घट्ट इंडिया का तुसीं 3 गुना घट कर लो। 13,700 किलोग्राम का मैक्सिमम पेलोड उठाने की सलाहियत रखता है। ये एयरक्राफ्ट भी 1 घंटे के अंदर 2,350 किलोमीटर का फासला तय करने की सलाहियत रखता है और जैसे ही कोई भी दुश्मन का जहाज पाकिस्तान की हदूद में दाखिल होने की कोशिश करता है तो इस जंगी जहाज का रडार सिस्टम फौरन उस जहाज को डिटेक्ट कर लेता है और लम्हों में ही परवाज भर के दुश्मन के उस जहाज को मार गिराता है। पाकिस्तान के पास मौजूद ये 100 मिराज जहाज पूरे पाकिस्तान को कवर करने की सलाहियत रखते हैं। नंबर 2 F-16 फाइटिंग फाल्कन। दोस्तों पाकिस्तान के पास इन जंगी जहाजों की तादाद 85 तक है और पाकिस्तान ने इन जंगी जहाजों को अमेरिका से खरीदा है और पाकिस्तान ने एक F-16 जंगी त्यारा खरीदने के लिए अमेरिका को एक आई थिंक अमेरिका ने F-21 भी बनाया है टुट गई जी भाई। सो F-21 बनाया वो भी ਇਹਦਾ अपग्रेडेड वर्जन है कहते पता नहीं F-21 है या कि 20 ਦੀ ਸੀਰੀਜ਼ ਵਿੱਚ ਹੀ ਹੈ ਮੈਨੂੰ याद नहीं प्रॉपर पर ਉਹ ਇਸੇ ਦਾ ਹੀ जो है जो इंडिया ਨੂੰ ਕਹਿੰਦੇ ਹੈ कि ਤੁਸੀਂ खरीदो। 30 अरब रुपए दिए थे और इतनी ज्यादा रकम के बाद आप अंदाजा लगा सकते हैं कि पाकिस्तान के पास इन जंगी त्यारों की तादाद सिर्फ 85 तक ही क्यों है और ये भी अंदाजा लगा सकते हैं कि पाकिस्तान ने ये तमाम जहाज कितने ज्यादा पैसे लगाकर खरीदे होंगे। F-16 नामी ये जंगी जहाज 19,200 किलोग्राम का पेलोड उठा सकता है और आसानी के साथ टेक ऑफ करने की सलाहियत भी रखता है। ये एयरक्राफ्ट 1 घंटे के अंदर 2100 किलोमीटर का फासला तय करने की सलाहियत रखता है और इस जंगी त्यारे के अंदर हवा में ही फायर करने की सलाहियत वाले 6 मिसाइल मौजूद होते हैं। जब से F-16 में से हवा में से जमीन पर हमला करने के लिए 3 मिसाइल मौजूद होते हैं। इस एयरक्राफ्ट के अंदर 2 एंटी शिप मिसाइल्स भी मौजूद होते हैं और इन सब मिसाइल के साथ साथ इस जंगी त्यारे के अंदर मुख्तलिफ किस्म के 18 बम भी मौजूद होते हैं। इन शानदार खसूसियात के हामिल इस जंगी जहाज को अमेरिका अब तक 27 मुल्कों को एक्सपोर्ट कर चुका है जिनमें पाकिस्तान का नाम सरे फहरिस्त आता है। मगर इन सब में से मजे की बात यह है कि F-16 को चलाना कोई आम सी बात नहीं है और यही वजह है कि अब तक F-16 का सही इस्तेमाल पूरी दुनिया में से सिर्फ और सिर्फ पाकिस्तान ही कर सका है क्योंकि पाकिस्तान के जांबाज पायलट F-16 को बड़े जोशो खरोश के साथ उड़ाते हैं और इस जहाज पर बैठकर मुख्तलिफ किस्म के मुजाहरे करके अपने दुश्मन मुमालिक को डराते रहते हैं। पाकिस्तान एयरफोर्स में शामिल ये जहाज पाकिस्तान के दिफा को मजबूत ਮੈਨੂੰ ਨਹੀਂ ਪਤਾ ਕਿ ਕਦੋਂ ਇਹ ਯੂਜ਼ ਹੋਇਆ ਸੀ ਕਿਹੜੀ ਜੰਗ ਦੇ ਵਿੱਚ ਯੂਜ਼ ਹੋਇਆ ਸੀ ਪਰ ਜੇ ਇਹ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਤਾਂ ਹੋਏਗਾ तरीन बनाता है। नंबर 1 JF-17 थंडर। दोस्तों अब हम बात करेंगे पाकिस्तान की जान मान और शान JF-17 थंडर की। आपको ये बताते चलें कि पाकिस्तान ने JF-17 थंडर को नेक्स्ट ब्लॉक में अपडेट कर दिया है और JF-17 थंडर को नेक्स्ट ब्लॉक में अपडेट करते ही पाकिस्तानी एयरफोर्स पूरी दुनिया में नंबर 7 से नंबर 4 पे आ चुकी है। ये जंगी जहाज पाकिस्तान और पाकिस्तान के हमसाये दोस्त चाइना ने मिलकर बनाया
गया है। और इस जंगी जहाज की सबसे बड़ी खसूसियत ये है कि ये 3200 किलोमीटर तक ठीक बिल्कुल सही निशाना लगाने की सलाहियत रखता है। दोस्तों JF-17 थंडर के न्यू ब्लॉक की स्पीड इतनी ज्यादा है कि ये एयरक्राफ्ट 1 घंटे के अंदर 3000 किलोमीटर की स्पीड के साथ फासला तय करने की सलाहियत रखता है, जो इसे दुनिया के ताकतवर तरीन जंगी जहाजों में से एक जहाज बनाता है। JF-17 एक जदीद और वजन में हल्का जंगी जहाज है। ये जहाज चाहे बारिश हो, चाहे बादल हो, दिन हो या रात हो, आंधी हो या तूफान हो, ये जहाज हर कंडीशन में ही दुश्मन पर हमला करने की सलाहियत रखता है। पाकिस्तान के पास इन जंगी जहाजों की तादाद 100 से भी ज्यादा है और पाकिस्तान ने 50 से भी जायद मजीद JF-17 थंडर बनवाने का ऑर्डर भी दे रखा है। ये जंगी तैयारा 12,300 किलोग्राम का पेलोड उठाकर प्रवास करने की शानदार सलाहियत रखता है और इस एयरक्राफ्ट के अंदर हवा में से हवा में मार करने वाले 2 मिसाइल जबकि हवा में से जमीन पर मार करने वाले 3 मिसाइल मौजूद होते हैं। इस जंगी जहाज के अंदर 5 अनगाइडेड बम और 5 ही गाइडेड बम मौजूद होते हैं। इस एयरक्राफ्ट के अंदर 2 गन्स और 7 हाल्ट पॉइंट्स भी मौजूद होते हैं और इस तरह ये जंगी जहाज हथियारों के साथ पूरी तरह लैस होकर दुश्मन के परखचे उड़ाने की सलाहियत रखता है। दोस्तों इस एयरक्राफ्ट के अलावा पाकिस्तान के पास 438 अटैक करने वाले जहाज मौजूद होते हैं और फौजियों को ट्रेनिंग देने के लिए खास तौर पर अलहदा से पाकिस्तान के पास 500 के करीब ट्रेनर एयरक्राफ्ट मौजूद हैं और इस तरह पाकिस्तान एयरफोर्स के पास इन तमाम जहाजों को मिलाकर 2020 में 1011 से बढ़कर 1372 जहाज इकट्ठे हो चुके हैं और इन तमाम जहाजों की वजह से पाकिस्तान पुरानी है ते हुण तक तो इस तो भी ज्यादा हो गए होंगे। एयरफोर्स दुनिया की ताकतवर तरीन एयर फोर्सेस में शामिल किया जाता है। तो दोस्तों ये थे तो मित्रों ये गल तो मननी बनी कि पाकिस्तान ने ਜਿਹੜਾ ਆਪਣਾ 에ਅਰ ਡਿਫੈਂਸ ਹੈ ਉਹ ਕਾਫੀ ਸਟਰੋਂਗ ਕੀਤਾ ਹੈ, ਕਿਉਂਕਿ ਜਿਸ ਹੱਦ ਤੱਕ ਪੋਪੂਲੇਸ਼ਨ ਹੈ, ਜਿੰਨਾ ਕਿ ਏਰੀਆ ਹੈ, ਉਹਨਾਂ ਨੂੰ ਇੰਨੀ ਡਿਫੈਂਸ ਦੀ ਜ਼ਰੂਰਤ ਨਹੀਂ ਸੀ। ਪਰ ਉਹਨਾਂ ਦਾ ਜਿਹੜਾ ਗਵਾਂਢੀ ਮੁਲਕ ਹੈ ਉਹ ਇੰਡੀਆ ਹੈ, ਬਹੁਤ ਹੀ ਵੱਡਾ ਮੁਲਕ ਹੈ, ਬਹੁਤ ਪਾਵਰਫੁਲ ਕੰਟਰੀ ਹੈ। ਦੈਟਸ ਵਾਈ ਉਹਨਾਂ ਨੇ ਆਪਣੀ ਆਰਮੀ ਪਾਵਰ ਨੂੰ ਬਹੁਤ ਵਧਾਇਆ, ਜਿਹਦੇ ਵਿੱਚ ਜੋ 에ਅਰ ਫੋਰਸ ਹੈ ਨਾ ਉਹਦੇ ਤੇ ਉਹਨਾਂ ਨੇ ਬਹੁਤ ਜਿਹੜਾ ਬਜਟ ਲਗਾਇਆ। ਸੋ ਇਹ ਗੱਲ ਦੁਨੀਆ ਤੋਂ ਛਿਪੀ ਨਹੀਂ ਹੈ, ਸਭ ਨੂੰ ਪਤਾ। JF-17 ਉਸ ਤੋਂ ਬਾਅਦ F-16 ਐਂਡ ਮਿਰਾਜ 3। ਸੋ ਇਹ 3 ਜਿਹੜੇ ਪਾਕਿਸਤਾਨ ਦੇ ਕੋਲ ਜੋ ਮੇਨ ਜਹਾਜ਼ ਨੇ। ਤੇ ਜੋ ਇੰਡੀਆ ਦੇ ਕੋਲ ਫਾਈਟਰ 에ਅਰਕ੍ਰਾਫਟਸ ਆ ਉਹ ਸੁਖੋਈ Su-30 MKI, ਹਾਲ HF-24, ਹੋਲਾਂਦ, ਦਸਾਲਟ ਐਂਡ ਮਿਕਾਓ। ਇਹ ਜਿਹੜੇ ਮਤਲਬ MiG-21 ਤੁਹਾਨੂੰ ਪਤਾ ਕਿ ਬਹੁਤ ਫੇਮਸ ਹੈ ਇੰਡੀਆ ਦਾ। ਤੇ ਉਸ ਤੋਂ ਬਾਅਦ ਜਿਹੜਾ ਇੱਕ ਰਾਈਫਲ ਤੁਹਾਨੂੰ ਮੈਂ ਦੱਸਿਆ। ਸੋ ਇਸੇ ਤਰ੍ਹਾਂ ਜਿਹੜੀ ਦੋਨਾਂ ਕੰਟਰੀਜ਼ ਦੇ ਵਿੱਚ ਜਿਹੜੀ ਜਦੋਜਹਿਦ ਹੈ ਨਾ ਇਹ ਚੱਲਦੀ ਰਹੇਗੀ ਤਾਂ ਇੱਕ ਦੂਜੇ ਦੇ ਮਤਲਬ ਖਿਲਾਫ ਤਾਂ ਕਦੇ ਨਹੀਂ ਹੋਣਗੇ, ਪਰ ਆਪਣਾ ਡਿਫੈਂਸ ਹੈ ਜਿਹੜਾ ਉਹ ਪੂਰਾ ਸਟਰੋਂਗ ਕਰਦੇ ਰਹਿਣਗੇ। ਸੋ ਜੇਕਰ ਇੰਡੀਆ ਤੇਜਸ ਹਾਸਲ ਕਰ ਲੈਂਦੀ ਹੈ, ਵੈਸੇ ਤਾਂ 40 ਸਾਲ ਪਹਿਲਾਂ ਜਿਹੜਾ ਪ੍ਰੋਜੈਕਟ ਅਪਰੂਵ ਹੋਇਆ ਸੀ, ਸ਼ੁਰੂ ਹੋਇਆ ਸੀ, ਪਰ ਹਜੇ ਤੱਕ ਜਿਹੜਾ ਉਹਦਾ ਫਾਈਨਲ ਜਿਹੜੀ ਆਊਟਪੁੱਟ ਆਪਾਂ ਨੂੰ ਇੱਕ ਮਿਲੀ ਨਹੀਂ ਹੈ। ਪਰ ਉਸੇ ਤਰ੍ਹਾਂ JF-17 ਹਜੇ ਤੱਕ ਪ੍ਰੋਪਰ ਤਰ੍ਹਾਂ ਨਾਲ ਲਾਗੂ ਨਹੀਂ ਹੋਇਆ ਮੇਰੇ ਖਿਆਲ ਪਾਕਿਸਤਾਨ ਦੇ ਵਿੱਚ। ਤੇ ਬਾਕੀ ਜਿਹੜੇ ਦੇਖੋ ਮੇ ਬੀ ਇੰਡੀਆ ਦੀ ਜਿਹੜੀ ਇਸ ਸਾਲ ਜੋ ਡੀਲ ਡੂਲ ਹੋਣੀ ਆ ਕੋਈ ਪੱਕਾ, ਤੇ ਉਹਦੇ ਵਿੱਚ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਕਿਹੜੇ ਫਾਈਟਰ ਜੈਟਸ ਜਿਹੜੇ ਐਡ ਆਨ ਹੋ ਰਹੇ ਆ, ਕਿਉਂਕਿ ਆਰਮੀ ਦਾ ਬਜਟ ਵਧਾਉਣਾ ਬਹੁਤ ਜ਼ਰੂਰੀ ਹੈ ਇੰਡੀਆ ਦੇ ਵਿੱਚ। ਇੰਡੀਆ ਦੀ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਹੈ ਨਾ ਜਾਂ ਫੋਰਨ ਪਾਲਿਸੀਜ਼ ਹੈ ਉਹਦੇ ਵਿੱਚ ਬਹੁਤ ਜਦੋਜਹਿਦ ਹੈ, ਠੀਕ ਹੈ। ਇੱਕ ਮੈਂ ਵੀ ਦੇਖਿਆ ਕਿ ਇੰਡੀਅਨ ਜਿਹੜੇ ਲੋਕ ਹੈ ਨਾ ਉਹ ਦੇਸ਼ ਭਗਤੀ ਦੇ ਗਾਣੇ ਸੁਣ ਕੇ ਤਾਂ ਬਹੁਤ ਛਾਲਾਂ ਮਾਰਦੇ ਆ, ਪਰ ਜਿਸ ਕਦਰ ਪਾਕਿਸਤਾਨੀ ਆਪਣੀ ਇਹ ਆਰਮੀ ਨੂੰ ਸਪੋਰਟ ਕਰਦੇ ਆ ਨਾ ਉਸ ਕਦਰ ਮੈਨੂੰ ਇੱਧਰ ਇੰਡੀਆ 'ਚ ਨਾ ਮੈਨੂੰ ਉਹ ਕਮੀ ਦਿਖਦੀ ਹੈ। ਇੰਡੀਅਨ ਉੱਦਾਂ ਸਪੋਰਟ ਨਹੀਂ ਕਰਦੇ, ਠੀਕ ਹੈ, ਕਿਉਂਕਿ ਮੈਂ ਦੇਖਿਆ ਕਿ ਪਾਕਿਸਤਾਨੀ ਲੋਕ ਪਾਕਿਸਤਾਨੀ ਆਰਮੀ ਨੂੰ ਕਿੱਦਾਂ ਸਪੋਰਟ ਕਰਦੇ ਆ। ਸਾਡੇ ਵਾਲੇ ਕਰਦੇ ਜ਼ਰੂਰ ਆ ਪਰ ਅਸੀਂ ਗਾਣੇ ਸੁਣ ਕੇ ਤੇ ਬਾਲੀਵੁੱਡ ਦੇ ਜ਼ਰੀਏ ਹੀ ਅਸੀਂ ਸਪੋਰਟ ਕਰਦੇ ਹਾਂ, ਬਸ ਉਹਨੇ ਕੀ ਗਾਣਾ ਸੁਣਿਆ ਇਮੋਸ਼ਨਲ ਹੋ ਗਏ, ਦੈਟਸ ਇਟ। ਪਰ ਜੇਕਰ ਤੁਹਾਨੂੰ ਪਰਸਨਲ ਬੰਦਿਆਂ ਨੂੰ ਪੁੱਛੇ ਕਿ ਤੁਹਾਨੂੰ ਆਰਮੀ ਦੀ ਕਿੰਨੀ ਨੌਲੇਜ ਹੈ, ਤੁਹਾਨੂੰ ਕਾਹਦੀ ਕੁਛ ਪਤਾ ਵੀ ਹੈ, ਤਾਂ ਲੋਕਾਂ ਨੂੰ ਕੱਖ ਨਹੀਂ ਪਤਾ ਜੀ, ਠੀਕ ਹੈ ਜੀ। ਸੋ ਦੂਜੀ ਗੱਲ ਇੱਕ ਜਿਹੜੀ ਅਗਨੀਵੀਰ ਯੋਜਨਾ ਨੇ ਮਤਲਬ ਸੀਰੀਅਸਲੀ ਬਹੁਤ ਜੋ ਖਿਲਾਫ ਹੋ ਗਏ ਲੋਕੀ ਆਰਮੀ ਦੇ, ਕਿਉਂਕਿ ਸਾਡੇ ਪੰਜਾਬੀ ਮੁੰਡੇ ਬਹੁਤ ਘੱਟ ਜਾਂਦੇ ਆ ਹੁਣ ਫੌਜ ਵਿੱਚ। ਅੱਗੇ ਤੁਸੀਂ ਦੇਖੋ ਕਿ ਇਤਿਹਾਸ ਫਰੋਲ ਕੇ ਦੇਖੋ ਕਿ ਪੰਜਾਬੀ ਹੀ ਸਭ ਤੋਂ ਅੱਗੇ ਹੁੰਦੇ ਸੀ, ਠੀਕ ਹੈ, ਸਰਹੱਦਾਂ ਦੇ ਵੀ ਉਹੀ ਲੜਦੇ ਸੀ, ਸ਼ਹੀਦ ਵੀ ਉਹੀ ਹੁੰਦੇ ਸੀ। ਪਰ ਹੁਣ ਅਗਨੀਵੀਰ ਯੋਜਨਾ ਦੇ ਕਰਕੇ ਨਾ ਜਿਹੜੇ ਪੰਜਾਬੀ ਆ ਬਹੁਤ ਘੱਟ ਜਾਂਦੇ ਆ।
ਤੁਸੀਂ ਕਦੇ ਵੀ ਨੋਟ ਕਰਿਓ, ਮੈਂ ਬੀਤੇ ਦਿਨੇ ਮੈਂ ਇੱਕ ਕੈਂਪ 'ਚ ਗਿਆ ਜਿੱਥੇ 에ਅਰ ਫੋਰਸ ਦਾ ਜੋ ਸਾਰਾ ਸਿਸਟਮ ਸੀਗਾ, ਠੀਕ ਹੈ, ਤੇ ਉੱਥੇ ਕੁਝ ਮੈਨੂੰ ਅਗਨੀਵੀਰ ਵਾਲੇ ਜਿਹੜੇ ਜਵਾਨ ਮਿਲੇ, ਉਹ ਉਹਨਾਂ ਦੇ 4 ਸਾਲ ਪੂਰੇ ਹੋ ਗਏ ਸੀ, ਉਹ ਘਰੇ ਜਾ ਰਹੇ ਹੈ। ਤੇ ਉਸ ਤੋਂ ਬਾਅਦ ਮੈਂ ਕਿਹਾ ਜੀ ਹੁਣ ਤੁਸੀਂ ਕੀ ਕਰੋਗੇ? ਤੇ ਉਹ ਕਹਿੰਦੇ ਵੀ ਹੁਣ ਦੇਖੋ ਸਾਨੂੰ ਕਹਿੰਦੀ ਹੈ ਸਰਕਾਰ ਵੀ ਨੌਕਰੀਆਂ ਦਿਵਾਵਾਂਗੇ, ਪਰ ਕਿੱਥੇ ਮਿਲਦੀਆਂ? ਕਿੱਥੋਂ ਦੇਣਗੇ ਨੌਕਰੀਆਂ, ਕਿੱਥੇ ਲਾਉਣਗੇ? ਜਾਂ ਕੋਈ ਪ੍ਰਾਈਵੇਟ ਸੈਕਟਰਾਂ ਦੀਆਂ ਕਾਰਖਾਨੇ ਆ ਜਾਂ ਫੈਕਟਰੀਆਂ ਜਿੱਥੇ ਉੱਥੇ ਲਾ ਦੇਣੇ ਆ ਵੀ ਛੋਟੇ ਜਵਾਕਾਂ ਨੂੰ ਤੁਸੀਂ 4 ਸਾਲ ਉੱਧਰ ਲਾ ਕੇ? ਮੈਨੂੰ ਉਹ ਗੱਲ ਜੀ ਸੈੱਟ ਨਹੀਂ ਲੱਗੀ, ਸਾਨੂੰ ਕਿਸੇ ਪੰਜਾਬੀ ਨੂੰ ਨਹੀਂ ਉਹ ਹਜਮ ਹੋਈ ਗੱਲ। ਸੋ ਬਸ ਇੱਦਾਂ ਦੀਆਂ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਸਿਸਟਮ ਡਲਾਵਾਡੋਲ ਆ। ਪਰ ਅਦਰਵਾਈਜ਼ ਆਪਾਂ ਦੇਖੀਏ ਤਾਂ ਪਾਕਿਸਤਾਨੀ ਜਿਹੜੀ ਆਰਮੀ ਹੈ ਦੁਨੀਆ ਦੇ ਵਿੱਚ ਟੌਪ 5 ਦੇ ਵਿੱਚ ਰੈਂਕ ਕਰ ਰਹੀ ਹੈ ਆਈ ਥਿੰਕ। ਤੇ ਬਾਕੀ ਤੁਸੀਂ ਚੈੱਕ ਕਰ ਲਿਓ, ਮੈਂ ਵੀ ਚੈੱਕ ਕਰ ਲੂੰਗਾ। ਤੇ ਤੁਹਾਨੂੰ ਜੇ ਸਹੀ ਪਤਾ ਤਾਂ ਡੂ ਲੈਟ ਮੀ ਇਨ ਦਾ ਕਮੈਂਟ ਸੈਕਸ਼ਨ ਬਿਲੋ। ਮਿਲਦੇ ਹਾਂ ਨੈਕਸਟ ਵੀਡੀਓ, ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ।